Students, very good morning to all of you. As we know, we have started the chapter named Carbon and its Compound. ਤਾਂ ਬੇਟਾ ਜਿਹੜਾ ਕਾਰਬਨ ਤੇ ਕੰਪਾਊਂਡ ਇਹ ਚੈਪਟਰ ਹੈਗਾ ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਵੀ ਹੈਵ ਡਿਸਕਸ ਇਟ ਅਰਲੀਅਰ ਕੱਲ ਵੀ ਆਪਾਂ ਡਿਸਕਸ ਕੀਤੀ ਸੀ ਉਹ ਸੀਗੀ ਕੋਵੈਲੈਂਟ ਬੌਂਡਸ ਤੇ ਅੱਜ ਆਪਾਂ ਕੁਝ ਕੋਵੈਲੈਂਟ ਕੰਪਾਊਂਡਸ ਦਾ ਮੈਂ ਤੁਹਾਨੂੰ ਸਟਰਕਚਰ ਤੇ ਉਹਨਾਂ ਦੇ ਵਿੱਚ ਜਿਹੜੀ ਹੁੰਦੀ ਵੈਲੈਂਸੀ ਸੈਟੀਸਫੈਕਸ਼ਨ ਆ ਉਹ ਦਿਖਾਵਾਂਗੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਕਾਰਬਨ ਉੱਤੇ ਨਹੀਂ ਜਾਂਦੇ, ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਬੇਟਾ ਆਕਸੀਜਨ ਦੇ ਉੱਤੇ। ਆਕਸੀਜਨ ਗੈਸ ਹੁਣ ਦੇਖੋ ਜੀ, ਇੱਕ ਤਾਂ ਹੁੰਦਾ O, ਇੱਕ ਹੁੰਦਾ O2। ਇਹਨਾਂ ਦੋ ਦੇ ਵਿੱਚ ਕੀ ਡਿਫਰੈਂਸ ਹੈ ਇਹ ਸਮਝਣਾ ਪਊਗਾ ਬੇਟਾ ਸਟਰਕਚਰ ਕਰਨ ਤੋਂ ਪਹਿਲਾਂ। ਤਾਂ ਸਭ ਤੋਂ ਪਹਿਲਾ ਡਿਫਰੈਂਸ ਤਾਂ ਇਹ ਆ ਬੇਟਾ, ਦਿਸ ਇਜ਼ O ਐਂਡ ਦਿਸ ਇਜ਼ ਕਾਲਡ ਦਾ ਕੈਮੀਕਲ ਸਿੰਬਲ of oxygen। ਇਹ ਆਕਸੀਜਨ ਦਾ ਇੱਕ ਸਿੰਗਲ ਐਟਮ ਆ, this is single atom of oxygen। ਠੀਕ ਹੈ ਜੀ। O2, then what is O2? O2 is the molecule of oxygen gas। ਤਾਂ ਆਪਾਂ ਜਿੱਥੇ ਵੀ ਗੈਸ ਬੋਲਾਂਗੇ ਨਾ ਉਹਦਾ ਮਤਲਬ ਹੋਊਗਾ O2 ਨਾ ਕਿ O, because only O means a single atom of oxygen while O2 means a molecule of oxygen gas। ਤੇ ਨੇਚਰ ਦੇ ਵਿੱਚ ਜਿਹੜੀ ਆਕਸੀਜਨ ਆ ਉਹ ਕਿਸ ਤਰ੍ਹਾਂ ਨਾਲ ਪ੍ਰੈਜ਼ੈਂਟ ਆ, ਐਟੋਮਿਕ ਫਾਰਮ ਚ ਪ੍ਰੈਜ਼ੈਂਟ ਆ ਜਾਂ ਮੋਲੀਕੂਲਰ ਫਾਰਮ ਦੇ ਵਿੱਚ ਪ੍ਰੈਜ਼ੈਂਟ ਆ? ਯੂ ਬੈਟਰ ਨੋ ਮੋਲੀਕੂਲਰ ਫਾਰਮ ਦੇ ਵਿੱਚ ਪ੍ਰੈਜ਼ੈਂਟ ਆ। ਤਾਂ ਮੋਲੀਕੂਲਰ ਫਾਰਮ ਕੀ ਹੈ? ਮੋਲੀਕੂਲਰ ਫਾਰਮ ਇਜ਼ O2। Can it be O4 or O6 or O8? ਕੀ O4 O6 O8 ਹੋ ਸਕਦੇ ਨੇ? ਇਹਦਾ ਆਨਸਰ ਆਪਦੇ ਆਪ ਤੋਂ ਪੁੱਛੋ। ਕਈ ਕਹਿਣਗੇ ਹਾਂ, ਕਈ ਕਹਿਣਗੇ ਨਾ, ਪਰ ਮੈਂ ਦੱਸਦਾ ਇਹ ਨਹੀਂ ਹੋ ਸਕਦੇ। they can't be because ਇਹ ਐਗਜ਼ਿਸਟ ਹੀ ਨਹੀਂ ਕਰ ਸਕਦੇ। ਉਹਦਾ ਆਨਸਰ ਆਪਾਂ ਹੁਣ ਲਵਾਂਗੇ ਵੀ ਇਹ ਐਗਜ਼ਿਸਟ ਕਿਉਂ ਨਹੀਂ ਕਰ ਸਕਦੇ। ਠੀਕ ਹੈ ਜੀ। ਤਾਂ ਹੁਣ ਆਪਾਂ ਦੇਖਦੇ ਹਾਂ ਵੈਲੈਂਸੀ। ਦੇਖੋ ਪਹਿਲਾਂ ਆਕਸੀਜਨ ਦੀ। ਆਕਸੀਜਨ ਐਟੋਮਿਕ ਨੰਬਰ 8, ਇਹਦਾ ਮਤਲਬ K ਸ਼ੈਲ L ਸ਼ੈਲ। K ਸ਼ੈਲ ਦੇ ਵਿੱਚ 2 ਇਲੈਕਟ੍ਰੋਨ, L ਸ਼ੈਲ ਦੇ ਵਿੱਚ 6 ਇਲੈਕਟ੍ਰੋਨ। ਤੇ ਜੇ ਮੈਂ ਇਹਦਾ ਇਲੈਕਟ੍ਰੋਨਿਕ ਕਨਫੀਗਰੇਸ਼ਨ ਡਰਾ ਕਰਾਂ ਅਕੋਰਡਿੰਗ ਟੂ ਨੀਲ ਬੋਹਰਸ ਤਾਂ ਉਹ ਕੀ ਬਣੂਗਾ? 2 ਇੱਥੇ 6। ਹਾਂਜੀ। ਹੁਣ ਇਹਨੇ ਜਿਹੜੇ ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨ ਨੇ ਉਹਨੇ 6। ਠੀਕ ਹੈ। ਹੁਣ ਇਹ ਕੀ ਕਰੂਗੀ ਸਟੇਬਲ ਹੋਣ ਵਾਸਤੇ? ਸਟੇਬਲ ਹੋਣ ਦੀ ਕੰਡੀਸ਼ਨ ਕੀ ਆ ਕਿ ਇਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ ਕੀ ਆ ਜਾਣ? 8 ਇਲੈਕਟ੍ਰੋਨ ਆ ਜਾਣ। 8 ਇਲੈਕਟ੍ਰੋਨ ਕਰਨ ਵਾਸਤੇ ਇਹਨੂੰ ਕੀ ਕਰਨਾ ਪਊਗਾ? ਜਾਂ ਤਾਂ ਕਿਸੇ ਤੋਂ 2 ਲੈਣੇ ਪੈਣਗੇ, which is it is a very good non-metal। ਇਹ ਲੈ ਵੀ ਸਕਦੀ ਆ, ਪਰ ਕੰਡੀਸ਼ਨ ਇਹ ਆ ਕਿ ਇਹਦੇ ਸਾਹਮਣੇ ਕੌਣ ਹੋਣਾ ਚਾਹੀਦਾ? ਮੈਟਲ ਹੋਣਾ ਚਾਹੀਦਾ ਜਿਹੜਾ ਇਲੈਕਟ੍ਰੋਨ ਦੇ ਸਕੇ। ਜਾਂ ਫਿਰ ਇਹ ਕੀ ਕਰੂਗੀ? ਇਟ ਕੈਨ ਸ਼ੇਅਰ ਦ ਇਲੈਕਟ੍ਰੋਨਸ। ਜੇ ਹੁਣ ਇਹਦੇ ਸਾਹਮਣੇ ਕੋਈ ਹੋਰ ਆਕਸੀਜਨ ਹੀ ਹੈ, ਇਹਦੇ ਸਾਹਮਣੇ ਕੋਈ ਮੈਟਲ ਨਹੀਂ ਹੈਗੀ, ਇਹਦੇ ਸਾਹਮਣੇ ਆਕਸੀਜਨ ਹੀ ਹੈ, ਆਕਸੀਜਨ ਦਾ ਜਿਹੜਾ ਹੁਣ ਫਿਰ ਮੈਂ ਇਹਦਾ ਸਿੰਬਲ ਇਸ ਤਰ੍ਹਾਂ ਬਣਾਉਂਗਾ ਵੀ 6 ਨੇ ਨਾ ਇਹਦੇ ਵਿੱਚ, ਤਾਂ ਆਪਾਂ 6 1 2 3 4 5 6 ਕੱਲ ਵੀ ਆਪਾਂ ਇਹ ਕੀਤਾ ਸੀ ਵੀ ਉਹਦੇ ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨ ਬਣਾਤੇ। ਸੈਕੰਡ ਵੀ ਇਹਦੇ ਸਾਹਮਣੇ ਕੀ ਹੈ? ਆਕਸੀਜਨ। 1 2 3 4 5 6। ਹੁਣ ਇਹ ਕੀ ਕਰੂ? ਇਹਨੇ 8 ਕਰਨੇ ਨੇ ਨਾ ਆਪਣੇ ਇਲੈਕਟ੍ਰੋਨਸ, ਇਹਨੇ ਵੀ 8 ਕਰਨੇ ਨੇ। ਇਹ ਦੋਨੇ ਕੀ ਕਰਨਗੇ? ਹੁਣ ਇਹ ਦੋਨੇ ਇਕੁਅਲੀ ਤਾਕਤਵਰ ਨੇ। ਇਹ ਕਹੂ ਮੈਂ ਤੈਨੂੰ ਆਪਣੇ ਇਲੈਕਟ੍ਰੋਨ ਨਹੀਂ ਦਊਂਗਾ, ਉਹ ਵੀ ਕਹੂ ਮੈਂ ਤੈਨੂੰ ਆਪਣੇ ਇਲੈਕਟ੍ਰੋਨ ਨਹੀਂ ਦਊਂਗਾ, ਨਾ ਹੀ ਇਹ ਦੇ ਸਕਦੇ। ਠੀਕ ਹੈ। ਤਾਂ ਪਰ ਇਹਨੂੰ ਵੀ 8 ਚਾਹੀਦੇ ਨੇ, ਇਹਨੂੰ ਵੀ 8 ਚਾਹੀਦੇ ਨੇ। ਫਿਰ ਇਹ ਕੀ ਕਰਨਗੇ? ਦੇ ਕੈਨ ਮੇਕ ਸ਼ੇਅਰ। ਇਹ ਸ਼ੇਅਰ ਕਰਨਗੇ। ਇਹਨੂੰ ਕਿੰਨੇ ਇਲੈਕਟ੍ਰੋਨ ਚਾਹੀਦੇ ਨੇ? 2 ਐਕਸਟਰਾ ਚਾਹੀਦੇ ਨੇ 8 ਬਣਾਉਣ ਵਾਸਤੇ। ਤਾਂ ਇਹਨੇ ਆ ਸ਼ੇਅਰ ਕਰ ਲਿਆ ਇਹਦੇ ਨਾਲ। ਸੈਕੰਡ ਵੀ ਇਹਦੇ ਨਾਲ ਸ਼ੇਅਰ ਕਰ ਲਿਆ। ਇੱਥੇ ਇਹਨੇ 2 ਇਲੈਕਟ੍ਰੋਨ ਦੂਸਰੀ ਆਕਸੀਜਨ ਨਾਲ ਸ਼ੇਅਰ ਕੀਤੇ ਨੇ। ਇਹਦਾ ਮਤਲਬ ਕੀ ਹੋਇਆ? ਇਹਦੇ ਕੋਲ ਕਿੰਨੇ ਇਲੈਕਟ੍ਰੋਨ ਹੋ ਗਏ ਇਸ ਆਕਸੀਜਨ ਕੋਲ? 1 2 3 4 5 6 7 8। ਇਹਦਾ ਮਤਲਬ ਇਹ ਆਕਸੀਜਨ ਆਪਣੇ ਆਪ ਨੂੰ ਕੰਪਲੀਟ ਕਰ ਗਈ। ਇਹ ਆਕਸੀਜਨ ਵੀ ਆਪਣੇ ਆਪ ਨੂੰ ਕੰਪਲੀਟ ਕਰ ਗਈ। ਦੇਖੋ ਬੇਟਾ 1 2 3 4 5 6 7 8 ਇਹ ਵੀ ਕੰਪਲੀਟ। ਹੁਣ ਇਹਨਾਂ ਨੇ ਕਿੰਨੇ ਇਲੈਕਟ੍ਰੋਨ ਸ਼ੇਅਰ ਕੀਤੇ? ਇਹਨਾਂ ਨੇ ਕੀਤੇ 2 ਇਲੈਕਟ੍ਰੋਨ ਸ਼ੇਅਰ।
2 शेयर पेयर इलेक्ट्रॉन ने, ਇਹਦਾ ਮਤਲਬ ਜੇ ਮੈਂ ਇਹਦਾ ਸਟਰਕਚਰ ਬਣਾਉਂਗਾ ਇਟ ਵਿਲ ਬੀ ਲਾਈਕ 2 ਆਕਸੀਜਨ ਸਿੰਗਲ ਬੌਂਡ O ਡਬਲ ਬੌਂਡ। ਇਹਦਾ ਮਤਲਬ ਜਿਹੜਾ ਡਬਲ ਬੌਂਡ ਆ ਇਹਦਾ ਮਤਲਬ ਕੀ ਹੋਇਆ, A ਤੋਂ 1 ਇਲੈਕਟ੍ਰੋਨ ਇੱਕ ਇਲੈਕਟ੍ਰੋਨ ਇੱਕ ਇਲੈਕਟ੍ਰੋਨ ਇੱਕ ਇਲੈਕਟ੍ਰੋਨ ਡਬਲ ਬੌਂਡ ਇਹਨੇ ਇੱਥੇ ਕੀ ਕੀਤਾ, ਫਾਰਮ ਕੀਤਾ। ਦਿਸ ਇਜ਼ ਕਾਲਡ ਕੋਵੈਲੈਂਟ ਬੌਂਡ ਵਿਚ ਇਜ਼ ਡਬਲ ਕੋਵੈਲੈਂਟ ਬੌਂਡ। ਤਾਂ ਆਕਸੀਜਨ O4 ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰ ਸਕਦੀ, ਕਿਉਂਕਿ ਹੁਣ ਇਹਨਾਂ ਕੋਲ ਕੋਈ ਗੁੰਜਾਇਸ਼ ਹੀ ਨਹੀਂ ਰਹੀ ਕਿ ਇਹ ਕਿਸੇ ਹੋਰ ਨੂੰ ਆਪਣੇ ਇਲੈਕਟ੍ਰੋਨ ਸ਼ੇਅਰ ਕਰਨ, ਕਿਉਂਕਿ ਇਹ ਦੋਨੇ ਕੀ ਹੋ ਗਏ 8-8 ਇਲੈਕਟ੍ਰੋਨਾਂ ਵਾਲੇ ਹੋ ਚੁੱਕੇ ਨੇ। ਜਦੋਂ ਇਹ ਦੋਨੇ 8 ਇਲੈਕਟ੍ਰੋਨਾਂ ਵਾਲੇ ਹੋ ਚੁੱਕੇ, ਹੁਣ ਕੀ ਇਹਨਾਂ ਕੋਲ ਕੋਈ ਗੁੰਜਾਇਸ਼ ਹੈ ਕਿ ਇਹ ਕਿਸੇ ਨਾਲ ਹੋਰ ਬੌਂਡ ਬਣਾ ਸਕਦੇ ਨੇ? ਕੋਈ ਗੁੰਜਾਇਸ਼ ਨਹੀਂ। ਜਦੋਂ ਆਪਾਂ ਫਿਜ਼ੀਕਲ ਐਗਜ਼ਾਮਪਲ ਲਈਏ, ਦੋ ਦੋਸਤ ਨੇ, ਉਹ ਬਹੁਤ ਚੰਗਾ ਉਹਨਾਂ 'ਚ ਬੌਂਡਿੰਗ ਆ, ਤਾਂ ਉਹ ਤੀਜਾ ਦੋਸਤ ਵਿੱਚ ਇੰਟਰੋਡਿਊਸ ਕਰਵਾਉਣਗੇ, ਉਹ ਕਹਿਣਗੇ ਨਹੀਂ ਸਾਨੂੰ ਲੋੜ ਨਹੀਂ, ਆਪਾਂ ਇਹੀ ਕਹਿ ਰਹੇ ਹਾਂ। ਤਾਂ ਉਵੇਂ ਬੇਟਾ ਇਹਨਾਂ ਆਕਸੀਜਨ ਨੂੰ ਹੁਣ ਕੋਈ ਹੋਰ ਐਲੀਮੈਂਟ ਜਾਂ ਨਵਾਂ ਆਕਸੀਜਨ ਵਿੱਚ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ। ਇਸੇ ਰੀਜ਼ਨ ਕਰਕੇ ਜਿਹੜਾ ਨੇਚਰ ਦੇ ਵਿੱਚ ਆਕਸੀਜਨ ਹੈ ਉਹ O2 ਦੀ ਫਾਰਮ ਦੇ ਵਿੱਚ ਹੁੰਦੀ ਆ, ਤੇ ਆਕਸੀਜਨ ਦੇ ਵਿੱਚ ਕਿਹੜਾ ਬੌਂਡ ਹੁੰਦਾ ਬੇਟਾ ਜੀ? ਆਕਸੀਜਨ ਦੇ ਵਿੱਚ ਹੁੰਦਾ ਡਬਲ ਕੋਵੈਲੈਂਟ ਬੌਂਡ ਬਾਈ ਸ਼ੇਅਰਿੰਗ ਆਫ 2 ਇਲੈਕਟ੍ਰॉन्स ਬਾਈ ਈਚ ਆਕਸੀਜਨ। ਆਪਾਂ ਨੈਕਸਟ ਜਿਹੜਾ ਕਰਾਂਗੇ ਸਟਰਕਚਰ, ਉਹ ਆਪਾਂ ਕਰਾਂਗੇ ਨਾਈਟ੍ਰੋਜਨ ਗੈਸ ਦਾ। ਧਿਆਨ ਦੇਣਾ, ਨਾਈਟ੍ਰੋਜਨ ਗੈਸ। ਹੁਣ ਇੱਥੇ ਵੀ ਸੇਮ ਚੀਜ਼ ਹੈ। ਨਾਈਟ੍ਰੋਜਨ ਆਪਾਂ ਆਮ ਤੌਰ ਤੇ ਦੇਖਦੇ ਆ N, ਇੱਕ ਆਪਾਂ ਪੜ੍ਹਦੇ ਆ ਨਾਈਟ੍ਰੋਜਨ ਨੂੰ N2, ਇਹਨਾਂ 'ਚ ਕੀ ਡਿਫਰੈਂਸ ਆ? ਇਹ ਸੇਮ ਉਹੀ ਚੀਜ਼ ਆ। ਦਿਸ ਮੀਨਸ ਸਿੰਗਲ ਐਟਮ ਆਫ nitrogen. This means molecule of nitrogen gas. ਇਹ ਨਾਈਟ੍ਰੋਜਨ ਗੈਸ ਦਾ ਮੋਲੀਕਿਊਲ ਆ, ਇਹ ਨਾਈਟ੍ਰੋਜਨ ਦਾ ਐਟਮ ਹੈ। ਆਪਾਂ ਨੂੰ ਪਤਾ ਮੋਲੀਕਿਊਲ ਕਿਵੇਂ ਬਣਦਾ? ਐਟਮ ਦੇ ਕੰਬੀਨੇਸ਼ਨ ਦਾ। ਕੀ N3 N4 N5 ਇਹ ਐਗਜ਼ਿਸਟ ਕਰ ਸਕਦੇ ਨੇ? ਬੇਟਾ ਇਹ ਐਗਜ਼ਿਸਟ ਨਹੀਂ ਕਰਨਗੇ। ਇਹ ਕਿਉਂ ਨਹੀਂ ਐਗਜ਼ਿਸਟ ਕਰਨਗੇ? ਵੀ ਵਿਲ ਫਾਈਂਡ ਦ ਰੀਜ਼ਨ। ਸੇਮ ਥਿੰਗ ਹੈ ਨਾਈਟ੍ਰੋਜਨ, ਐਟੋਮਿਕ ਨੰਬਰ ਇਜ਼ 7, ਠੀਕ ਹੈ ਜੀ, 7 ਐਟੋਮਿਕ ਨੰਬਰ। ਇਲੈਕਟ੍ਰੋਨਿਕ ਕਨਫਿਗਰੇਸ਼ਨ K ਤੇ L ਦੀ ਹੈਗੀ ਆ 2,5, 2,5। It means I can regard nitrogen as this, or we can say this। 5 ਇਲੈਕਟ੍ਰੋਨ ਨੇ, ਵੈਲੈਂਸ ਇਲੈਕਟ੍ਰੋਨ। ਐਵੇਂ ਹੀ ਬੇਟਾ ਇਹਦੇ ਸਾਹਮਣੇ ਇੱਕ ਦੂਸਰਾ ਨਾਈਟ੍ਰੋਜਨ ਆ ਜਾਂਦਾ। ਇਹਦੇ ਸਾਹਮਣੇ ਕੀ ਆ ਜਾਂਦਾ? ਦੂਸਰਾ ਨਾਈਟ੍ਰੋਜਨ। ਹੁਣ ਇਸ ਨਾਈਟ੍ਰੋਜਨ ਨੂੰ ਕਿੰਨੇ ਇਲੈਕਟ੍ਰੋਨਸ ਦੀ ਲੋੜ ਸੀ? 8 ਇਲੈਕਟ੍ਰੋਨ ਪੂਰੇ ਕਰਨ ਵਾਸਤੇ ਆਊਟਰਮੋਸਟ ਸ਼ੈਲ ਦੇ ਵਿੱਚ। ਇਹਨੂੰ ਸੀ 3 ਦੀ ਲੋੜ, ਉਹਨੂੰ ਵੀ ਕੀ ਸੀ? 3 ਦੀ ਲੋੜ। ਹੁਣ ਦੋਨੇ ਕੀ ਨੇ? ਬਰਾਬਰ ਦੇ ਨੇਗੇ। ਕੋਈ ਵੀ ਕਿਸੇ ਨੂੰ ਇਲੈਕਟ੍ਰੋਨ ਦਊਗਾ ਨਹੀਂ, ਈਵਨ ਦੋ ਬੋਥ ਆਰ ਨੋਨ ਮੈਟਲਸ। ਇਹ ਲੈ ਸਕਦੀਆਂ ਨੇ ਇਲੈਕਟ੍ਰੋਨ, ਪਰ ਕੰਡੀਸ਼ਨ ਕੀ ਆ? ਇਹਨਾਂ ਸਾਹਮਣੇ ਕੀ ਹੋਵੇ? ਮੈਟਲ ਹੋਵੇ। ਪਰ ਹੁਣ ਮੈਟਲ ਤਾਂ ਹੈ ਨਹੀਂ, ਦੋਨੇ ਬਰਾਬਰ ਦੇ ਨੇ। ਇਹ ਕਹਿੰਦਾ ਮੈਂ ਨਹੀਂ ਭਾਈ ਆਪਣੇ ਤੈਨੂੰ ਇਲੈਕਟ੍ਰੋਨ ਲੈ ਕੇ ਜਾਣ ਦਿੰਦਾ, ਉਹ ਕਹਿੰਦਾ ਮੈਂ ਵੀ ਨਹੀਂ ਲੈ ਕੇ ਜਾਣ ਦਿੰਦਾ। ਬਟ ਪ੍ਰੋਬਲਮ ਤਾਂ ਫਿਰ ਉਹੀ ਰਹਿ ਗਈ। ਪ੍ਰੋਬਲਮ ਕੀ ਰਹਿ ਗਈ? ਵੀ ਇਹ ਦੋਨੇ ਕੰਪਲੀਟ ਨਹੀਂ ਹੈਗੇ। ਦੈਨ ਵਾਟ ਦੇ ਵਿਲ ਡੂ? ਦੇ ਵਿਲ ਡੂ ਸ਼ੇਅਰਿੰਗ ਆਫ ਇਲੈਕਟ੍ਰੋਨ। ਇਹਨੂੰ ਚਾਹੀਦੇ ਨੇ 3 ਇਲੈਕਟ੍ਰੋਨ, ਇਹਨੂੰ ਵੀ ਚਾਹੀਦੇ ਨੇ 3। ਇਹ ਕੀ ਕਰਨਗੇ? ਆਹ ਸ਼ੇਅਰ ਕਰ ਲਿਆ, 1 ਇਲੈਕਟ੍ਰੋਨ ਸ਼ੇਅਰ, 2 ਇਲੈਕਟ੍ਰੋਨ ਸ਼ੇਅਰ, 3 ਇਲੈਕਟ੍ਰੋਨ ਸ਼ੇਅਰ। ਹੁਣ ਗਿਣ ਕੇ ਦੇਖੋ ਇਸ ਨਾਈਟ੍ਰੋਜਨ ਦੇ ਇਲੈਕਟ੍ਰੋਨ ਕਿੰਨੇ ਹੋ ਗਏ? 1 2 3 4 5 6 7 8। ਇਹ ਕੰਪਲੀਟ ਹੋ ਗਿਆ। ਇਸ ਦੇ ਵੀ 1 2 3 4 5 6 7 8, ਠੀਕ ਹੈ, ਇਹ ਵੀ ਕੰਪਲੀਟ ਹੋ ਗਿਆ। ਇਹਦਾ ਮਤਲਬ ਇਹਨਾਂ ਨੇ ਕਿੰਨੇ ਇਲੈਕਟ੍ਰੋਨ ਸ਼ੇਅਰ ਕੀਤੇ ਨੇ? ਇਹਨਾਂ ਨੇ 3 ਪੇਅਰ ਆਫ ਇਲੈਕਟ੍ਰੋਨ ਸ਼ੇਅਰ ਕੀਤੇ ਨੇ। ਦੇ ਵਿਲ ਹੈਵ ਨਾਈਟ੍ਰੋਜਨ ट्रिपल bond nitrogen. This is called triple covalent bond. This is called triple covalent bond and the molecule is N2. क्यों N2? क्यों? 2 नाइट्रोजन, that's why it is called N2. ਹੁਣ ਬੇਟਾ ਕੀ ਇਹ ਹੋ ਸਕਦਾ ਵੀ N3 ਬਣ ਜਾਏ ਜਾਂ N4 ਬਣ ਜਾਏ ਜਾਂ N5 ਬਣ ਜਾਏ? Same answer, no. They cannot exist in nature. Why they cannot exist in nature? Because they don't need any kind of atom to get satisfied. They are already satisfied. This is the inert thing. ये नहीं react करोगे हो किसी तरह,
ठीक है जी। तो ये आप नाइट्रोजन का स्ट्रक्चर है जो नाइट्रोजन गैस का बना लिया। हुण आप थोड़ा जिहा जाने आप पढ़े डबल कोवलेंट ते ट्रिपल कोवलेंट बॉन्ड्स। हुण आप चलते हैं थोड़ा जिहा बेटा जी सिंगल कोवलेंट बॉन्ड ये वाल चलते हैं। सिंगल कोवलेंट बॉन्ड वो किहदे विच होगा वाटर मॉलिक्यूल देखो एग्जांपल इज वाटर मॉलिक्यूल वाटर इज H2O दिस इज कॉल्ड single molecule of water. If I said it 2H2O, this is called two molecules of water. ਹੁਣ ਵਾਟਰ ਦਾ ਇਹ ਫਾਰਮੂਲਾ ਇਹਨੂੰ ਵਾਟਰ ਕਿਹਾ ਜਾਂਦਾ बट ये हैगा हाइड्रोजन ऑक्साइड आ की हैगा बेटा जी ये हाइड्रोजन ऑक्साइड ਆਪਾਂ ਇਹਨੂੰ ਵਾਟਰ ਕਹਿ ਦਿੰਦੇ ਇਹਦਾ ਨਾਮ ਵਾਟਰ ਰੱਖਦਾ ਤਾਂ ਇਹ ਕਿਵੇਂ ਹੋਊਗਾ ਇਹ ਕਿਵੇਂ ਬਣਿਆ ਹੋਊਗਾ ਜਾਂ ਇਹਦਾ ਸਟਰਕਚਰ ਕਿਸ ਤਰ੍ਹਾਂ ਹੋਊਗਾ we know oxygen atomic number 8 and having valence electron 6 1 2 3 4 5 6 hydrogen atomic number 1 हैविंग इलेक्ट्रॉन 1 ਹੁਣ ਇੱਥੇ ਦੇਖੋ ਕੀ ਹੋਇਆ ਹੋਊਗਾ ਇਹ ਆਕਸੀਜਨ ਨੂੰ ਕਿੰਨੇ ਇਲੈਕਟ੍ਰੋਨ ਚਾਹੀਦੇ ਨੇ ਕੰਪਲੀਟ ਹੋਣ ਲਈ 8 ਕਰਨ ਵਾਸਤੇ ਆਊਟਰ ਮੋਸਟ ਸ਼ੈਲ ਦੇ ਵਿੱਚ 2 ਇਹ ਹਾਈਡਰੋਜਨ ਨੂੰ ਕਿੰਨੇ ਚਾਹੀਦੇ ਨੇ ਇੱਕੋ ਹੀ ਚਾਹੀਦਾ ਕਿਉਂਕਿ ਹਾਈਡਰੋਜਨ ਤੋਂ ਜਿਹੜਾ ਅਗਲਾ ਐਲੀਮੈਂਟ ਹੈ ਦੈਟ ਇਜ਼ ਹੀਲੀਅਮ ਤੇ ਆਪਾਂ ਨੂੰ ਪਤਾ ਪਹਿਲਾ ਸ਼ੈਲ ਆ ਹਾਈਡਰੋਜਨ ਦਾ ਤੇ ਪਹਿਲੇ ਸ਼ੈਲ ਦੇ ਵਿੱਚ ਮੈਕਸਿਮਮ ਕਿੰਨੇ ਇਲੈਕਟ੍ਰੋਨ ਹੋ ਸਕਦੇ ਨੇ 2 ਇਹਨੂੰ 2 ਚਾਹੀਦੇ ਨੇ ਇਹਨੇ 8 ਕਰਨਾ ਕੀ ਕਰਨਗੇ ਇਹ ਕਰਕੇ ਬੇਟਾ ਜੀ ਸ਼ੇਅਰ ਹੈ ਇਹ ਕਹਿ ਦੂ ਆਇਆ ਭਾਈ ਤੂੰ ਮੇਰੇ ਨਾਲ ਸ਼ੇਅਰ ਕਰ ਹੁਣ ਇਹਨੂੰ ਵੀ ਕਹਿ ਦੂਗਾ ਤੂੰ ਮੇਰੇ ਨਾਲ ਸ਼ੇਅਰ ਕਰ ਲੈ ਇੱਥੇ ਤੁਸੀਂ ਕੁਐਸਚਨ ਪੁੱਛੋਗੇ ਸਰ ਇਹ ਸ਼ੇਅਰ ਕਿਉਂ ਕਰਨਗੇ ਹਾਈਡਰੋਜਨ ਤਾਂ ਇੱਕ ਮਤਲਬ ਯੂ ਕੈਨ ਸੇ ਕਮਜ਼ੋਰ ਹੁੰਦਾਗਾ ਵੀ ਉਹ ਇਹ ਆਕਸੀਜਨ ਆਪਣੇ ਜਿਹੜੇ ਇਲੈਕਟ੍ਰੋਨਸ ਨੇ ਤੋਂ ਲੈ ਹੀ ਕਿਉਂ ਨਹੀਂ ਲਊਗਾ ਪਿਓਰਲੀ ਠੀਕ ਹੈ ਵੀ ਪਿਓਰਲੀ ਲੈ ਲੈਣੇ ਚਾਹੀਦੇ ਨੇਗੇ ਬੇਟਾ ਇਹ ਲੈ ਵੀ ਲਊਗਾ ਇਹਨਾਂ ਇਲੈਕਟ੍ਰੋਨ ਥੋੜਾ ਆਪਣੇ ਵੱਲ ਨੂੰ ਖਿੱਚ ਲੂਗਾ ਇੱਥੇ ਕਰ ਲੂ ਨੇੜੇ ਕਰ ਲੂਗਾ ਬਟ ਇਹ ਤਾਂ ਪੂਰੀ ਤਰ੍ਹਾਂ ਨਹੀਂ ਖਿੱਚ ਸਕੂਗਾ ਕਿਉਂਕਿ ਹਾਈਡਰੋਜਨ ਵੀ ਇੱਕ ਨਾਨ ਮੈਟਲ ਹੈ ਤੇ ਨਾਨ ਮੈਟਲ ਤੋਂ ਇਲੈਕਟ੍ਰੋਨ ਖਿੱਚਣਾ ਇੰਨਾ ਜ਼ਿਆਦਾ ਸੌਖਾ ਨਹੀਂ ਹੁੰਦਾ ਇਹ ਕੋਲ ਹੈ ਉਹ ਤਾਂ ਹੀ ਆਪਾਂ ਦੇਖਦੇ ਹਾਂ ਜਦੋਂ ਆਪਾਂ ਇਹਦਾ ਸਟਰਕਚਰ ਬਣਾਉਣਾ ਨਾ ਉਹ ਥੋੜਾ ਇਸ ਤਰ੍ਹਾਂ ਦਾ ਬਣਦਾ ਮਤਲਬ ਇਹਦਾ ਸਟਰਕਚਰ ਥੋੜਾ ਜਿਹਾ एक इतने कोई एंगल होंगे सर्टेन डिग्री का मतलब ਇਹਦਾ ਜਿਹੜਾ ਸਟਰਕਚਰ ਆ ਇਹ ਪਿਓਰਲੀ ਲੀਨੀਅਰ ਸਟਰਕਚਰ ਨਹੀਂ ਬਣਦਾ ਇਹ ਥੋੜਾ ਸਟੈਕਡ ਸਟਰਕਚਰ ਬਣਦਾ ਇਹਦੇ ਉੱਤੇ ਪਾਰਸ਼ੀਅਲ ਨੈਗੇਟਿਵ ਚਾਰਜ ਆ ਜਾਂਦਾ ਇਹਨਾਂ ਉੱਤੇ ਪਾਰਸ਼ੀਅਲੀ ਕੀ ਆ ਜਾਂਦਾ ਪੋਜ਼ਿਟਿਵ ਚਾਰਜ ਆ ਜਾਂਦਾ ਦੈਟਸ ਵਾਈ ਵਾਟਰ ਮੋਲੀਕਿਊਲ ਇਜ਼ ਪੋਲਰ ਬਾਈ ਨੇਚਰ ਇਹਦੇ ਵਿੱਚ ਪੋਲਸ ਬਣ ਜਾਂਦੇ ਨੇ ਬਟ ਜਿਹੜਾ ਇਹਦਾ ਚ ਬੌਂਡ ਬਣਦਾ ਉਹ ਹਮੇਸ਼ਾ ਕੀ ਬਣਦਾਗਾ ਸਿੰਗਲ ਕੋਵੈਲੈਂਟ ਕਿਉਂ ਬਣਦਾ ਸਿੰਗਲ ਦੇਖੋ ਆ ਹਾਈਡਰੋਜਨ ਦਾ ਇੱਕ ਇਲੈਕਟ੍ਰੋਨ ਸ਼ੇਅਰ ਹੋਇਆ ਆ ਹਾਈਡਰੋਜਨ ਨਾਲ ਵੀ ਇੱਕ ਹੀ ਇਲੈਕਟ੍ਰੋਨ ਸ਼ੇਅਰ ਹੋਇਆ ਆਕਸੀਜਨ ਦੇ 8 ਪੂਰੇ ਹੋ ਗਏ ਹਾਈਡਰੋਜਨ ਦੇ 2 ਪੂਰੇ ਹੋ ਗਏ ਜਿਹੜੇ ਇਹਨੇ ਕਰਦੇ ਸੀਗੇ ਠੀਕ ਹੈ ਤਾਂ ਦਿਸ ਇਜ਼ ਕਾਲਡ ਐਗਜ਼ਾਮਪਲ ਆਫ ਸਿੰਗਲ ਕੋਵੈਲੈਂਟ ਬੌਂਡ ਜਦੋਂ ਇੱਕ ਇਲੈਕਟ੍ਰੋਨ ਹੀ ਕੀ ਹੋਵੇ ਸ਼ੇਅਰ ਹੋਵੇ ਤਾਂ ਬੇਟਾ ਆਪਾਂ ਤਿੰਨ ਚੀਜ਼ਾਂ ਇਸ ਲੈਕਚਰ ਦੇ ਵਿੱਚ ਪੜ੍ਹੀਆਂ ਕਿਹੜੀਆਂ ਪੜ੍ਹੀਆਂ ਬੇਟਾ ਜੀ ਸਿੰਗਲ ਕੋਵੈਲੈਂਟ ਬੌਂਡ ਕੀ ਹੁੰਦਾ ਕਿਵੇਂ ਬਣਦਾ ਡਬਲ ਕੋਵੈਲੈਂਟ ਬੌਂਡ ਕੀ ਹੁੰਦਾ ਕਿਵੇਂ ਬਣਦਾ ਤੇ ਟ੍ਰਿਪਲ ਕੋਵੈਲੈਂਟ ਬੌਂਡ ਕੀ ਹੁੰਦਾ ਤੇ ਕਿਵੇਂ ਬਣਦਾ ठीक है फिलहाल आप कोई भी जी स्ट्रक्चर आ कार्बन का नहीं लिया है आप कार्बन का कोई भी चीज डिस्कस नहीं की क्यों नहीं की क्योंकि जो तुम ये चीज समझ लोगे ना इन्हों चो तो कार्बन च समझनी बड़ी ईजी हो जाएगी हुण आप कार्बन का एक मॉलिक्यूल ले लें दैट इज कार्बन डाइऑक्साइड का फार्मूला CO2 है कि ਇਹਦਾ ਫਾਰਮੂਲਾ CO3 CO4 CO6 ਇਹ ਹੋ ਸਕਦਾ ਇਹ ਨਹੀਂ ਹੋ ਸਕਦਾ ਰੀਜ਼ਨ ਕੀ ਆ ਸੇਮ ਰੀਜ਼ਨ ਬੇਟਾ ਕਾਰਬਨ ਦਾ ਐਟੋਮਿਕ ਨੰਬਰ ਹੈ 6 ਤੇ ਕਾਰਬਨ ਕੋਲ ਕਿੰਨੇ ਇਲੈਕਟ੍ਰੋਨ ਹੋਣਗੇ ਆਊਟਰਮੋਸਟ ਸ਼ੈਲ ਦੇ ਵਿੱਚ 2, 4 4 ਇਲੈਕਟ੍ਰੋਨ ਇਹਨੂੰ ਚਾਹੀਦੇ ਕਿੰਨੇ ਨੇਗੇ ਇਹਨੂੰ ਚਾਹੀਦੇ ਨੇ 8 ਇਲੈਕਟ੍ਰੋਨ ਆਕਸੀਜਨ ਦਾ ਐਟੋਮਿਕ ਨੰਬਰ 8 ਇਹਦੇ ਆਊਟਰਮੋਸਟ ਦੇ ਵਿੱਚ ਹੋਣਗੇ 6 ਇਲੈਕਟ੍ਰੋਨ ਹੁਣ ਦੇਖੋ ਇਹ ਕੀ ਕਰਨੀ ਹੈ ਆਕਸੀਜਨ ਦੇ ਚਲੋ ਮੈਂ ਡਾਟ ਨਾਲ ਦਿਖਾ ਦਿੰਦਾ ਤਾਂ ਕਿ ਕਨਫਿਊਜ਼ਨ ਨਾ ਰਹੇ ਆਪਾਂ ਨੂੰ
ਇਹ ਅਲੱਗ-ਅਲੱਗ ਸਿੰਬਲ ਤਾਂ ਦੇ ਦਿੰਦੇ ਨੇ ਡਾਟਸ ਤੇ ਕ੍ਰਾਸ ਤਾਂ ਕਿ ਆਪਾਂ ਨੂੰ ਕਨਫਿਊਜ਼ਨ ਹੋ ਜਾਵੇ ਵੀ ਕਿਹੜਾ ਇਲੈਕਟ੍ਰੋਨ ਕਿਹਦੇ ਕੋਲ ਲਿਆ ਗਿਆ। ਉਹਨੇ ਕੀ ਕਰਨਾ ਇੱਥੇ ਇਹ ਕਾਰਬਨ ਇਹਦੇ ਨਾਲ ਬੌਂਡ ਬਣਾ ਲੂ, ਇੱਥੇ ਆ ਦੋ ਸ਼ੇਅਰ ਕਰ ਲੈਣਗੇ, ਇਹ ਦੋ ਸ਼ੇਅਰ ਹੋ ਗਏ ਯਾਨੀ ਦੋ ਸ਼ੇਅਰ ਹੋ ਗਏ। ਹੁਣ ਦੇਖੋ ਕਾਰਬਨ ਕੋਲ ਤਾਂ 8 ਇਲੈਕਟ੍ਰੋਨ ਹੋ ਗਏ 1 2 3 4 5 6 7 ਤੱਕ ਕਾਰਬਨ ਤਾਂ ਕੰਪਲੀਟ ਹੈ। ਆਕਸੀਜਨ ਕੋਲ ਵੀ ਹੋ ਗਏ, ਚੈੱਕ ਕਰੋ 1 2 3 4 5 6 7 ਤੱਕ 1 2 3 4 5 6 7 ਤੱਕ ਆਕਸੀਜਨਾਂ ਵੀ ਕਿਨੇ ਕੰਪਲੀਟ ਨੇ। ਤਾਂ ਹੁਣ ਜਦੋਂ ਸਾਰੀਆਂ ਚੀਜ਼ਾਂ ਕੰਪਲੀਟ ਹੋ ਗਈਆਂ ਡਬਲ ਬੌਂਡ ਨਾਲ ਕਾਰਬਨ ਆਕਸੀਜਨ ਡਬਲ ਬੌਂਡ ਕਾਰਬਨ ਡਬਲ ਬੌਂਡ ਆਕਸੀਜਨ, ਦੈਟਸ ਵਾਈ ਦਾ ਫਾਰਮੂਲਾ ਹੈ CO2। ਕੀ ਇੱਥੇ ਕੋਈ ਗੁੰਜਾਇਸ਼ ਹੈਗੀ ਆ ਕਿ CO3 ਆ ਨੇ ਸਟੇਬਲ ਕੰਪਾਊਂਡ ਵਾਸਤੇ? ਅਨਸਟੇਬਲ